हाँ जी बाई जी, मैं ਤੁਹਾਡਾ ਆਪਣਾ ਗੈਵੀ ਢਾਲੀਵਾਲ ਪੁਰਤਗਾਲ ਤੋਂ ਬਾਈ ਜੀ। ਅੱਜ ਵੀਡੀਓ ਬਣਾਉਣ ਲੱਗਿਆ, ਹੌਲੀ ਹੌਲੀ ਬੋਲੂੰਗਾ। ਪਿਛਲੀ ਵੀਡੀਓ ਦੇ ਵਿੱਚ ਬਾਈ ਕਹਿੰਦੇ ਵੀ ਬਹੁਤ ਤੇਜ਼ ਬੋਲਿਆ ਤੂੰ। ਅੱਜ ਪੁਰਤਗਾਲ ਬਾਰੇ ਦੱਸਦੇ ਆ ਬਾਈ ਜੀ। ਬੜੇ ਬੰਦੇ ਮੈਸੇਜ ਕਰਦੇ ਨੇ ਮੈਨੂੰ ਕਿ ਤੂੰ ਪੁਰਤਗਾਲ ਬਾਰੇ ਕੁਝ ਨਹੀਂ ਦੱਸਦਾ, ਕਿ ਇੰਸਟਾਗ੍ਰਾਮ ਤੇ ਤੂੰ ਸਾਨੂੰ ਰਿਪਲਾਈ ਨਹੀਂ ਕਰਦਾ। ਤਾਂ ਆਹ ਵੀਡੀਓ ਦੇ ਵਿੱਚ ਬਾਈ ਬਣ ਕੇ ਸਾਰੀ ਪੂਰੀ ਦੇਖ ਲਿਓ। ਸਾਰਾ ਕੁਝ ਦੱਸਿਆ ਹੋਇਆ ਪੁਰਤਗਾਲ ਬਾਰੇ, ਵੀ ਕੀ ਗੱਲ ਹੈ, ਕੀ ਸੈਲਰੀ ਹੈ, ਕੀ ਗੱਲਬਾਤ ਹੈ, ਕੀ ਕਿੱਦਾਂ ਪੇਪਰ ਬਣਦੇ ਨੇ। ਵੀਰ ਜੀ ਪਹਿਲਾਂ ਮੈਂ ਮਾਫੀ ਮੰਗਣਾ ਚਾਹੁੰਦਾ। ਪਹਿਲੀ ਮਾਫੀ ਮੰਗਣਾ, ਵੀਡੀਓ ਦੇ ਵਿੱਚ ਕੋਈ ਭੁੱਲ ਚੁੱਕ ਹੋ ਜਾਂਦੀ ਹੈ, ਕੋਈ ਸ਼ਬਦ ਗਲਤ ਨਿਕਲ ਜਾਂਦਾ ਹੈ ਨਾ। ਤੇ ਕਿਉਂਕਿ ਸਾਡੀ ਸੰਗਰੂਰ ਵਾਲੀ ਬੋਲੀ ਆ, ਛੱਛੇ ਨੂੰ ਸੱਸਾ ਕਹਿ ਜਾਂਦੇ ਆ, ਸੱਸੇ ਨੂੰ ਛੱਛਾ ਕਹਿ ਜਾਂਦੇ ਆ। ਇਹ ਸਾਡਾ ਥੋੜਾ ਚੱਕਰ ਪੈਂਦਾ ਕਿਉਂਕਿ ਸੰਗਰੂਰ ਦੇ ਆ ਵੀਰੇ, ਹਨਾ। ਕਿਉਂਕਿ ਸਾਨੂੰ ਇੰਗਲਿਸ਼ ਵੀ ਬਹੁਤ ਘੱਟ ਆਉਂਦੀ ਹੈ, ਤਾਂ ਇਸ ਕਰਕੇ ਮੈਂ ਤੁਹਾਨੂੰ ਸਿਰਫ ਇਨਫੋਰਮੇਸ਼ਨ ਲਈ ਵੀਡੀਓ ਪਾਉਣਾ ਪੁਰਤਗਾਲ ਬਾਰੇ। ਅੱਜ ਦੱਸਣਾ ਸ਼ੁਰੂ ਕਰਦਾ ਪੁਰਤਗਾਲ ਕਿੱਦਾਂ ਦੀ ਕੰਟਰੀ ਹੈ ਤੇ ਕਿੱਦਾਂ ਪੇਪਰ ਬਣਦੇ ਨੇ। ਹਾਂਜੀ ਵੀਰੇ ਜੀ, ਪਹਿਲੀ ਗੱਲ ਜੀ, ਜੋ ਤੁਸੀਂ ਪੁਰਤਗਾਲ ਇਦਾਂ ਦੀ ਕੰਟਰੀ ਹੈ ਕਿ ਜਿਹੜੀ ਸਭ ਤੋਂ ਪਹਿਲਾਂ ਯੂਰਪ ਦੇ ਵਿੱਚ ਪੇਪਰ ਦਿੰਦੀ ਹੈ ਵੀਰੇ। ਇਹ ਘੱਟੋ ਘੱਟ ਤੁਹਾਨੂੰ 1 ਜਾਂ 1.5 ਸਾਲ ਦੇ ਵਿੱਚ ਕਾਰਡ ਦੇਊਗੀ ਪੁਰਤਗਾਲ, ਜਿੱਥੇ ਤੁਸੀਂ ਇਹ ਕਾਰਡ ਲੈ ਕੇ ਆਪਣੇ ਇੰਡੀਆ ਗੇੜਾ ਮਾਰ ਸਕਦੇ ਹੋ, ਮਾਂ-ਬਾਪ ਨੂੰ ਮਿਲ ਸਕਦੇ ਹੋ, ਹਨਾ ਜੀ। ਕੋਈ ਵਿਆਹ ਬੂਆ ਉਹ ਕਰਵਾ ਸਕਦੇ ਹੋ, ਕੋਈ ਦੁੱਖ ਦੀ ਘੜੀ ਦੇ ਵਿੱਚ ਇੰਡੀਆ ਜਾ ਸਕਦੇ ਹੋ। ਇਹ ਪਹਿਲੀ ਕੰਟਰੀ ਹੈ ਜਿਹੜੀ 1.5 ਸਾਲ ਦੇ ਵਿੱਚ ਜਾਂ 1 ਸਾਲ ਦੇ ਵਿੱਚ ਤੁਹਾਨੂੰ ਪਹਿਲਾਂ ਕਾਰਡ ਦਿੰਦੀ ਹੈ। ਤੇ ਬਾਈ ਜੀ ਇਹਦੀ ਰਿਕੁਆਇਰਮੈਂਟ ਕੀ ਹੈ? 5 ਸਾਲ ਦੇ ਵਿੱਚ ਤੁਹਾਨੂੰ ਪਾਸਪੋਰਟ ਦੇਣ ਦੀ ਰਿਕੁਆਇਰਮੈਂਟ ਆ, ਪਰ 8 ਸਾਲ ਲੱਗਦੇ ਨੇ। ਪਹਿਲਾਂ ਦੱਸ ਰਿਹਾ, ਟੋਟਲ 8 ਸਾਲ ਲੱਗ ਜਾਂਦੇ ਨੇ ਪਾਸਪੋਰਟ ਲੈਣ ਦੇ ਵਿੱਚ, ਕਿਉਂਕਿ ਜਿਹੜੀ ਤੁਹਾਡਾ ਪਹਿਲਾ ਕਾਰਡ ਆ ਉਹ ਤੇ ਡਿਪੈਂਡ ਕਰਦਾ ਵੀ ਪਾਸਪੋਰਟ ਤੁਹਾਨੂੰ ਕਦੋਂ ਮਿਲਣਾ ਹੈ। ਪਹਿਲੇ ਕਾਰਡ ਤੋਂ ਲੈ ਕੇ ਆਖਰੀ ਤੱਕ ਤਰੀਕ ਗਿਣੀ ਜਾਊਗੀ, ਜੋ ਤੁਹਾਡੇ ਪੂਰੇ 5 ਸਾਲ ਹੋ ਜਾਣਗੇ। ਪਹਿਲਾ ਕਾਰਡ ਆਊਗਾ, ਉਹਦੀ ਤਰੀਕ ਤੋਂ ਲੈ ਕੇ 5 ਸਾਲਾਂ ਤੱਕ ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ, 5 ਸਾਲ ਦੇ ਪੂਰੀ ਤਰੀਕ ਤੇ। ਪਰ 5 ਸਾਲਾਂ ਬਾਅਦ ਹੀ ਪਾਸਪੋਰਟ ਅਪਲਾਈ ਹੁੰਦਾ ਇੱਥੇ ਦਾ। ਇਹ ਰੈੱਡ ਪਾਸਪੋਰਟ ਮਿਲਦਾ ਜਿਹੜਾ, ਇਹ ਬਹੁਤ ਕੰਟਰੀਆਂ 'ਚ ਚੱਲਦਾ ਹੈ। ਇਹ ਵੀਰੇ ਮੈਨੂੰ ਨਹੀਂ ਲੱਗਦਾ ਵੀ ਕੋਈ ਮਾੜਾ ਪਾਸਪੋਰਟ ਹੈ, ਮੈਨੂੰ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਂਦਾ ਇਹ ਸਾਰੇ ਵਰਲਡ ਦੇ ਵਿੱਚੋਂ, ਠੀਕ ਹੈ ਜੀ। ਬਾਕੀ ਇਨਫੋਰਮੇਸ਼ਨ ਤੁਸੀਂ ਕਈ ਵਾਰ ਥੋੜੀ ਜਿਹੀ ਰੋਂਗ ਵੀ ਹੋ ਸਕਦੀ ਹੈ, ਕਿਉਂਕਿ ਮੈਂ ਹੁਣ ਕੱਢ ਕੇ ਨਹੀਂ ਦੇਖਿਆ, ਬਹੁਤ ਟਾਈਮ ਹੋ ਗਿਆ, ਗੂਗਲ ਤੇ ਸਰਚ ਨਹੀਂ ਕੀਤਾ। ਤੁਸੀਂ ਸਰਚ ਕਰਕੇ ਦੇਖ ਲਿਆ ਕਰੋ ਰਿਕੁਆਇਰਮੈਂਟ ਪੁਰਤਗਾਲ ਦੀ ਕੀ ਚੱਕਰ ਹੈ, ਹਨਾ ਜੀ। ਬਾਕੀ ਪਾਸਪੋਰਟ ਦੀ ਵੈਲਿਊ ਬਹੁਤ ਹੈ, 183 181 ਕੰਟਰੀ ਦੇ ਵਿੱਚ ਚੱਲਦਾ ਇਹ, ਠੀਕ ਹੈ ਜੀ। ਤੇ ਹੁਣ ਆਪਾਂ ਮੇਨ ਗੱਲ ਹੀ ਕਰਦੇ ਹਾਂ, ਆਪਾਂ ਪਾਸਪੋਰਟ ਦਾ ਨੋਰਮਲ ਚੀਜ਼ ਤੋਂ ਬਾਅਦ ਦੀਆਂ ਗੱਲਾਂ ਨੇ ਵੀਰੇ। ਹੁਣ ਮੇਨ ਗੱਲ ਕਰਦੇ ਹਾਂ, ਪੁਰਤਗਾਲ ਸਭ ਤੋਂ ਪਹਿਲਾਂ ਪੇਪਰ ਦੇਣ ਵਾਲੀ ਕੰਟਰੀ ਹੈ। ਜਿਵੇਂ ਇਟਲੀ 'ਚ 10 ਸਾਲ 'ਚ ਪਾਸਪੋਰਟ ਮਿਲਦਾ, ਐਵੇਂ ਹੁਣ ਜਿਵੇਂ ਇਟਲੀ 'ਚ 15 ਸਾਲ 'ਚ ਮਿਲਦਾ, ਸਪੇਨ 'ਚ 10 ਸਾਲ 'ਚ ਮਿਲਦਾ, ਇੱਦਾਂ ਮਤਲਬ ਕਿ ਸਾਲ ਤਾਂ ਜ਼ਿਆਦਾ ਲੱਗਦੇ ਨੇ, ਕਹਿਣ ਦੀਆਂ ਗੱਲਾਂ ਨੇ। ਪੁਰਤਗਾਲ ਦੀ ਰਿਕੁਆਇਰਮੈਂਟ ਹੈਗੀ ਆ 5 ਸਾਲ ਦੀ, ਜਿੱਥੇ ਪਾਸਪੋਰਟ ਲੈ ਸਕਦੇ ਹੋ ਤੁਸੀਂ, ਠੀਕ ਹੈ ਜੀ। ਤੇ ਹੁਣ ਜੇ ਤੁਸੀਂ ਪੁਰਤਗਾਲ ਦੇ ਵਿੱਚ ਆਉਣਾ ਬਾਈ ਜੀ, ਪਹਿਲੀ ਗੱਲ ਦੱਸਣਾ ਚਾਹੁੰਦਾ, ਬਚ ਕੇ ਠੱਗਾਂ ਚੋਰਾਂ ਤੋਂ। ਇੱਥੇ ਸਭ ਤੋਂ ਵੱਧ ਪੁਰਤਗਾਲ ਦੇ ਵਿੱਚ ਠੱਗ ਪਾਏ ਜਾਂਦੇ ਹਨ, ਕਿਉਂਕਿ ਪੇਪਰਾਂ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਇੱਥੇ ਇੰਨੇ ਕੁ ਪੇਪਰ ਬਣਾਉਣ ਦਾ ਬਹੁਤ ਪੈਸੇ ਲਏ ਜਾਂਦੇ ਨੇ। ਜਿਹੜੇ ਪੇਪਰ ਦੀ ਫੀਸ ਨਾਰਮਲ ਆਫਿਸ ਦੇ ਵਿੱਚ 2.5 ਯੂਰੋ ਹੈ, ਉਹਦੀ ਫੀਸ 500 ਯੂਰੋ ਲਈ ਜਾਂਦੀ ਹੈ ਤੁਹਾਡੇ ਤੋਂ, ਹਨਾ। ਨਵੇਂ ਬੰਦੇ ਨੂੰ ਜ਼ਿਆਦਾਤਰ ਲੁੱਟਿਆ ਜਾਂਦਾ ਹੈ। ਲਿਸਬਨ ਸਿਟੀ ਦੇ ਵਿੱਚ ਇਦਾਂ ਹੁੰਦਾ ਹੈ ਨਾ ਵੀਰੇ। ਪਹਿਲਾਂ ਕਹਿਣਾ ਬਚ ਕੇ ਰਹੋ, ਮੇਰੇ ਵਰਗਾ ਬੰਦਾ ਕਿਤੇ ਨਹੀਂ ਮਿਲੂਗਾ। ਆਪਾਂ ਬੋਲਣ ਵਾਲੇ ਆ, ਇਕੱਲਾ ਬੋਲ ਕੇ ਛੱਡ ਦਿੰਦੇ, ਪਰ ਦਿਲ 'ਚ ਆਪਣੇ ਇਦਾਂ ਦਾ ਕੁਛ ਨਹੀਂ ਕਿਸੇ ਤੋਂ ਪੈਸੇ ਖਾਈਏ, ਠੀਕ ਹੈ ਨਾ। ਕਿਸੇ ਦੀ ਹੈਲਪ ਵੀ ਮੈਂ ਕਰੂੰਗਾ ਤਾਂ ਇੱਦਾਂ ਹੀ ਕਰ ਦੂੰਗਾ। ਪੈਸੇ ਖਾਣ ਵਾਲਾ ਆਪਣੇ ਕੋਲ ਕੋਈ ਚੱਕਰ ਨਹੀਂ ਇੱਦਾਂ ਦਾ, ਨਾ ਅੱਜ ਤੱਕ ਕਿਸੇ ਦਾ ਖਾਦਾ ਪੈਸਾ ਕੋਈ, ਨਾ ਹੀ ਆਪਾਂ ਨੂੰ ਕੋਈ ਮੂੰਹ ਤੇ ਆ ਕੇ ਕਹਿ ਸਕਦਾ ਕਿ ਤੂੰ ਮੇਰਾ 1 ਰੁਪਏ ਵੀ ਖਾਦਾ ਜਾਂ 1 ਯੂਰੋ ਵੀ ਖਾਦਾ, ਠੀਕ ਹੈ ਨਾ। ਤਾਂ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਬਾਈ ਜੀ, ਇੱਥੇ ਕਿਸੇ ਤੋਂ ਠੱਗਿਆ ਨਾ ਜਾਇਓ। ਇੱਥੇ 2 ਪੇਪਰ ਬਣਦੇ ਨੇ। ਪਹਿਲਾ ਪੇਪਰ ਬਣਦਾ ਫਿਨਾਂਸ, ਦੂਜਾ ਪੇਪਰ ਬਣਦਾ ਸਿਗਰੋਸਾ ਸੋਸ਼ਲ। ਇਹਦੇ ਸਿਰ ਤੇ ਤੁਸੀਂ ਟੈਕਸ ਦੇਣਾ ਹੈ ਸਰਕਾਰ ਨੂੰ। ਇਹ 2 ਪੇਪਰਾਂ ਸਿਰ ਤੇ ਇਹ ਬਹੁਤ ਜ਼ਰੂਰੀ ਨੇ ਬਣਾਉਣੇ, ਫਿਨਾਂਸ ਤੇ ਸਿਗਰੋਸਾ ਸੋਸ਼ਲ, ਠੀਕ ਹੈ ਵੀਰੇ। ਇਹ 2 ਜ਼ਰੂਰੀ ਪੇਪਰ ਨੇ ਜਿਹੜੇ ਬਣਾਉਣੇ ਪੈਣਗੇ ਪੁਰਤਗਾਲ 'ਚ ਆ ਕੇ। ਤੀਜਾ ਪੇਪਰ ਹੈਗਾ ਕੰਟਰੈਕਟ ਸਿਰ ਤੇ ਤੁਸੀਂ ਟੈਕਸ ਦੇਣਾ। 3 ਚੀਜ਼ਾਂ ਹੋ ਗਈਆਂ ਇਹ, ਕੰਟਰੈਕਟ, ਫਿਨਾਂਸ, ਇਹ ਜ਼ਰੂਰੀ ਨੇ। ਇੱਕ ਹੁੰਦਾ ਜੁਣਤਾ, ਜਿਵੇਂ ਘਰ ਦਾ ਐਡਰੈਸ। ਜੁਣਤਾ ਤਾਂ ਵੀਰੇ ਉਹ ਬਾਅਦ ਦੀਆਂ ਗੱਲਾਂ ਨੇ। ਜੋ ਤੁਸੀਂ ਫਿੰਗਰ ਕਰਾਉਣ ਜਾਣਾ ਸ਼ੇਫ ਦੇ ਵਿੱਚ, ਸ਼ੇਫ ਹੁੰਦੀ ਹੈ ਜਿਵੇਂ ਕੋਈ ਜਿੱਥੇ ਫਿੰਗਰ ਹੁੰਦੇ ਨੇ ਆਪਣੇ, ਜਿੱਥੇ ਉਹਨੂੰ ਪੱਕਾ ਕਰਨਾ ਇਹਨਾਂ ਨੇ, ਠੀਕ ਹੈ ਜੀ। ਇਹ 3 ਚੀਜ਼ਾਂ ਬਹੁਤ ਜ਼ਰੂਰੀ ਨੇ। ਜਿਹੜਾ ਤੁਸੀਂ ਕੰਟਰੈਕਟ ਜਿਹੜੇ ਮਾਲਕ ਤੋਂ ਲਵਾਉਣਾ ਹੈ, ਉਹਦੇ ਕੋਲੋਂ ਤੁਸੀਂ ਸਿਗਰੋਸਾ ਸੋਸ਼ਲ ਵੀ ਅਪਲਾਈ ਕਰ ਸਕਦੇ ਹੋ। ਜੇ ਮਾਲਕ ਚਾਹੁੰਦਾ, ਮਾਲਕ ਨੂੰ 100 ਜਾਂ 150 ਯੂਰੋ ਦੇ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਮਾਲਕ ਫ੍ਰੀ ਵੀ ਕਰ ਸਕਦਾ, ਪਰ ਮਾਲਕ ਪੂਰੇ ਢੀਠ ਨੇ ਇੱਥੇ ਦੇ, ਪੈਸੇ ਦੇ ਕੇ ਮੰਨਣਗੇ, ਹਨਾ। ਪਰ ਜ਼ਿਆਦਾ ਨਹੀਂ ਦੇਣੇ, 100 150। ਜਿਹੜਾ ਫਿਨਾਂਸ ਦੀ ਫੀਸ ਆ ਉਹ 10 ਯੂਰੋ ਦੀ ਪਹਿਲਾਂ, ਹੁਣ ਤਾਂ ਸ਼ਾਇਦ ਉਹ ਵੀ ਨਹੀਂ ਹੈਗੀ। ਇਹ ਫਿਨਾਂਸ ਦੇ ਲੋਕ ਉਰੇ 500 ਯੂਰੋ ਲਈ ਜਾਂਦੇ ਨੇ, ਪਰ ਨਹੀਂ, ਤੁਸੀਂ ਨਹੀਂ ਦੇਣੇ, ਠੀਕ ਹੈ ਨਾ। ਬਾਕੀ ਆਪਣੇ ਨਾਲ ਗੱਲ ਕਰ ਲਿਓ, ਕੋਈ ਬੰਦਾ ਆਉਣਾ ਚਾਹੁੰਦਾ ਪੁਰਤਗਾਲ, ਠੀਕ ਹੈ ਨਾ। ਤੁਸੀਂ ਲਾਤਵੀਆ ਤੋਂ ਪੁਰਤਗਾਲ ਸਿੱਧਾ ਆ ਸਕਦੇ ਹੋ, ਸਾਈਪਰਸ ਤੋਂ ਵੀ ਆ ਸਕਦੇ ਹੋ, ਠੀਕ ਹੈ ਵੀਰੇ। ਤੇ ਹੁਣ ਦੱਸਦੇ ਆ ਤੁਹਾਨੂੰ ਪੁਰਤਗਾਲ ਦੀ। ਜਦੋਂ ਤੁਹਾਨੂੰ ਪਹਿਲਾ ਕਾਰਡ ਮਿਲ ਗਿਆ ਵੀਰੇ, ਉਸ ਤੋਂ ਬਾਅਦ ਤੁਹਾਨੂੰ ਹੁਣ 3 ਸਾਲ ਦਾ ਕਾਰਡ ਦੇਣ ਲੱਗ ਗਏ। ਇਹ ਪਹਿਲਾਂ 2 ਸਾਲ ਹੀ ਦਿੰਦੇ ਸੀ, ਫਿਰ 3 ਸਾਲ ਦਾ। 3 ਸਾਲ ਤੋਂ ਬਾਅਦ ਤੁਸੀਂ 5 ਸਾਲ ਪੂਰੇ ਹੋਣ ਤੇ ਪਾਸਪੋਰਟ ਇੱਥੇ ਦਾ ਅਪਲਾਈ ਕਰ ਸਕਦੇ ਹੋ, ਹਨਾ ਵੀਰੇ। ਉਸ ਤੋਂ ਬਾਅਦ ਤੁਸੀਂ 2 ਸਾਲ ਹੀ ਤੇ ਆਪਣੇ ਮਾਂ-ਬਾਪ, ਆਪਣੀ ਜਿਹੜੀ ਘਰ ਵਾਲੀ ਹੈ, ਉਹ ਆਪਣੇ ਬੱਚੇ ਨੇ ਉਰੇ ਬੁਲਾ ਸਕਦੇ ਹੋ ਫ੍ਰੀ ਦੇ ਵਿੱਚ। ਉਰੇ ਤੁਸੀਂ ਸਿਰਫ ਆਪਣਾ ਵੀਜ਼ਾ ਭੇਜਣਾ ਉਹਨਾਂ ਨੂੰ, ਆਪਣੇ ਪੇਪਰ ਬਣਾ ਕੇ ਭੇਜਣੇ ਸ਼ਿਪ ਦੇ ਵਿੱਚੋਂ ਤਰੀਕ ਚੱਕ ਕੇ, ਤੇ ਤੁਸੀਂ ਆਪਣੀ ਫੈਮਿਲੀ ਆ ਫ੍ਰੀ ਦੇ ਵਿੱਚ 3 ਮਹੀਨੇ ਦਾ ਵੀਜ਼ਾ ਮਿਲੂਗਾ ਉਹਨਾਂ ਨੂੰ, ਤੇ ਫ੍ਰੀ ਦੇ ਵਿੱਚ ਉਰੇ ਬੁਲਾ ਸਕਦੇ ਹੋ। ਕੋਈ ਪੈਸਾ ਨਹੀਂ ਲੱਗਦਾ। ਥੋੜੇ ਮੋਟੇ ਤੁਹਾਨੂੰ ਪਤਾ ਖਰਚ ਕਰਨੀ ਪੈਂਦੇ ਨੇ, ਮਾੜੇ ਮੋਟੇ ਫਾਈਲ ਫੂਲ ਲਾਉਣ ਤੇ, ਠੀਕ ਹੈ ਵੀਰੇ। ਪੁਰਤਗਾਲ ਦੇ ਵਿੱਚ ਤੁਸੀਂ ਪੂਰੀ ਆਪਣੀ ਫੈਮਿਲੀ ਬੁਲਾ ਸਕਦੇ ਹੋ ਫ੍ਰੀ ਦੇ ਵਿੱਚ, ਜੋ ਤੁਹਾਨੂੰ 2 ਸਾਲ ਦਾ ਕਾਰਡ ਮਿਲ ਗਿਆ। ਸਿਰਫ ਆਪਣੇ ਭਾਈ ਨੂੰ ਛੱਡ ਕੇ, ਆਪਣੇ ਮਾਂ-ਬਾਪ, ਆਪਣੀ ਘਰ ਵਾਲੀ, ਆਪਣੇ ਬੱਚੇ ਜੋ ਵੀ ਆ ਉਹ ਤੁਸੀਂ ਇੱਥੇ ਬੁਲਾ ਸਕਦੇ ਹੋ, ਹਨਾ, ਠੀਕ ਹੈ ਜੀ। ਉਹਨਾਂ ਨੂੰ ਵੀ ਆਉਣ ਸਾਰ ਤੁਹਾਡੇ ਇੱਥੇ ਪੁਰਤਗਾਲ ਪੇਪਰ ਦਊਗਾ।
ਜੇ ਤੁਹਾਡੇ ਕੋਲ ਪਾਸਪੋਰਟ ਹੈ ਇੱਥੇ ਦਾ ਤਾਂ ਤੁਹਾਨੂੰ ਪਾਸਪੋਰਟ ਹੀ ਮਿਲਣਾ ਹੈ ਉਹਨਾਂ ਤੁਹਾਡੀ ਫੈਮਿਲੀ ਨੂੰ। ਜੇ ਤੁਹਾਡੇ ਕੋਲ ਕਾਰਡ ਹੈ 2 ਸਾਲ ਦਾ ਤਾਂ ਤੁਹਾਡੀ ਫੈਮਿਲੀ ਨੂੰ ਵੀ ਕਾਰਡ ਹੀ ਮਿਲੂਗਾ, ਠੀਕ ਹੈ ਜੀ, ਉਰੇ ਆ ਕੇ ਪੁਰਤਗਾਲ ਦੇ ਵਿੱਚ। ਜੇ ਪਾਸਪੋਰਟ ਆ ਤਾਂ ਪਾਸਪੋਰਟ ਹੀ ਮਿਲੂਗਾ, ਠੀਕ ਹੈ ਜੀ। ਤੇ ਪੁਰਤਗਾਲ ਦੇ ਵਿੱਚ ਬਾਈ ਜੀ ਇੱਥੇ ਠੱਗਣ ਠੁੱਗਣ ਦੀਆਂ ਗੱਲਾਂ ਬਹੁਤ ਨੇ, ਤੇ ਇਸ ਗੱਲ ਤੋਂ ਬਚ ਕੇ ਰਹੋ ਮਾੜਾ ਜਿਹਾ। ਆਹ 3 ਪੇਪਰ ਬਣਾ ਕੇ ਤੁਸੀਂ 1 ਜਾਂ 1.5 ਸਾਲ ਦੇ ਵਿੱਚ ਆਪਣਾ ਕਾਰਡ ਲੈ ਸਕਦੇ ਹੋ, ਆਰਾਮ ਦੀ ਜ਼ਿੰਦਗੀ। ਹਾਂ, ਜ਼ਿੰਦਗੀ ਥੋੜੀ ਔਖੀ ਕੱਢਣੀ ਪੈਂਦੀ, ਉਹ 5-6 ਸਾਲ ਲੱਗਣਗੇ ਤੁਹਾਨੂੰ, ਔਖੇ ਨਿਕਲਣਗੇ, ਪਰ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਣ ਜੂਗੀ ਜਦੋਂ ਤੁਹਾਡੇ ਹੱਥ ਵਿੱਚ ਰੈੱਡ ਪਾਸਪੋਰਟ ਆ ਗਿਆ, ਠੀਕ ਹੈ ਜੀ। ਰੈੱਡ ਪਾਸਪੋਰਟ ਬਹੁਤ ਜ਼ਰੂਰੀ ਹੈ ਇੱਥੇ ਦਾ, ਉਹ ਲੈ ਕੇ ਆਪਣਾ ਫਿਰ ਕਿਸੇ ਕੰਟਰੀ ਜਾ ਸਕਦੇ ਹੋ, ਤੁਸੀਂ ਕਿਤੇ ਮਰਜ਼ੀ ਰਹਿ ਸਕਦੇ ਹੋ, ਨਜ਼ਾਰੇ ਲਓ ਜ਼ਿੰਦਗੀ ਦੇ। ਉਹ ਤੋਂ ਬਾਅਦ ਕਿੰਨਾ ਮਰਜ਼ੀ ਪੈਸਾ ਕਮਾਓ। ਹਾਂਜੀ, ਨੋਰਮਲ ਕੰਟਰੈਕਟ ਹੈਗਾ ਇੱਥੇ 675 ਯੂਰੋ ਦਾ, 675 ਯੂਰੋ ਦਾ ਹੁਣ ਹੋਇਆ ਜਨਵਰੀ ਤੋਂ। ਕਹਿੰਦੇ ਨੇ ਵੀ ਜਨਵਰੀ ਦੇ ਵਿੱਚ 30 ਯੂਰੋ ਕੰਟਰੈਕਟ ਹੋਰ ਵਧਾਤਾ, ਪਰ ਤੁਹਾਡੀ ਬੇਸਿਕ ਸੈਲਰੀ ਇਹ ਹੈ 675 ਯੂਰੋ, ਪਰ ਵਿੱਚ ਤੁਹਾਨੂੰ ਛੁੱਟੀਆਂ ਛਾਟੀਆਂ ਪਾ ਕੇ ਤੁਹਾਨੂੰ 800 ਯੂਰੋ ਨਿਕਲ ਜਾਂਦਾ। ਪੁਰਤਗਾਲ ਦੇ ਵਿੱਚ ਟੋਟਲ ਸੈਲਰੀ ਜੇ ਤੁਸੀਂ ਫੈਕਟਰੀ 'ਚ ਕੰਮ ਕਰਦੇ ਹੋ ਤਾਂ 1100 ਯੂਰੋ ਨੋਰਮਲ ਬਣਦੀ ਆ। ਤੇ ਪੁਰਤਗਾਲ ਦਾ ਖਰਚਾ ਕੀ ਹੈ? ਕੁਛ ਵੀ ਨਹੀਂ। ਇੱਥੇ ਘਰਾਂ ਦੇ ਕਿਰਾਏ ਬਹੁਤ ਘੱਟ ਨੇ, 100 ਯੂਰੋ ਕੋਈ ਬੰਦਾ 100 ਯੂਰੋ, ਕੋਈ ਬੰਦਾ 80 ਯੂਰੋ ਦੇ ਕੇ ਘਰਾਂ ਦੇ ਕਿਰਾਏ ਵਿੱਚ ਰਹਿ ਰਿਹਾ, ਘਰ ਦੇ ਵਿੱਚ ਰਹਿ ਰਿਹਾ, ਵਧੀਆ ਘਰਾਂ ਦੇ ਵਿੱਚ, ਹਨਾ। ਕਿਰਾਏ ਬਹੁਤ ਘੱਟ ਨੇ, ਖਾਣਾ ਪਾਣੀ ਬਹੁਤ ਸਸਤਾ ਪੁਰਤਗਾਲ ਦੇ ਵਿੱਚ। ਤੁਹਾਡੀ ਸੈਲਰੀ ਦੇ ਹਿਸਾਬ ਨਾਲ ਬਹੁਤ ਸਸਤੀ ਕੰਟਰੀ ਪੁਰਤਗਾਲ ਹੈ, ਕਿਉਂਕਿ ਟੂਰਿਸਟ ਇੱਥੇ ਸਭ ਤੋਂ ਵੱਧ ਤਾਂ ਹੀ ਆਉਂਦਾ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਮਿਲ ਜਾਂਦੀਆਂ ਨੇ, ਠੀਕ ਹੈ ਜੀ। ਤੇਲ ਬਹੁਤ ਸਸਤਾ, ਜਿੱਦਾਂ ਇੱਦਾਂ ਗੱਲਾਂ ਬਹੁਤ ਨੇ ਵੀ ਸੈਲਰੀ ਦੇ ਹਿਸਾਬ ਨਾਲ ਸਹੀ ਕੰਟਰੀ ਹੈ ਜ਼ਿੰਦਗੀ ਕੱਢਣ ਵਾਸਤੇ, ਆਪਣੀ 5 ਸਾਲ ਕੱਢਣ ਵਾਸਤੇ, ਆਪਣੇ ਵਾਸਤੇ ਸਹੀ ਹੈ। ਆਪਾਂ ਪੇਪਰ ਲੈਣੇ ਨੇ, ਆਪਾਂ ਪਾਸਪੋਰਟ ਲੈਣਾ, ਉਹ ਲੈ ਕੇ ਆਪਾਂ ਅੱਗੇ ਜਾ ਸਕਦੇ ਹਾਂ, ਠੀਕ ਹੈ ਜੀ। ਹੋਰ ਗੱਲਾਂ ਪੁੱਛਣੇ ਤਾਂ ਪੁਰਤਗਾਲ ਬਾਰੇ ਮੈਨੂੰ ਦੱਸ ਦਿਓ ਬਾਈ ਜੀ। ਬਾਕੀ ਮੈਂ ਜਿਹੜੀ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਦੱਸ ਦਿਆਂ ਤੁਹਾਨੂੰ ਮੈਂ, ਕਿ ਉਹ ਇੱਕ ਜੁਨਤਾ ਬਣਦਾ ਜਦੋਂ ਤੁਸੀਂ ਸ਼ਿਪ ਦੇ ਵਿੱਚ ਜਾਣਾ। ਉਹ ਜੁਨਤੇ ਦੇ ਲੋਕ 500 ਯੂਰੋ ਲੈਂਦੇ ਨੇ ਵੀਰੇ, 100 ਯੂਰੋ ਲੈ ਕੇ ਕਿਸੇ ਤੋਂ ਤੁਸੀਂ ਬਣਾ ਸਕਦੇ ਹੋ, ਉਹਨੂੰ ਘਰ ਦਾ ਐਡਰੈਸ ਕਹਿੰਦੇ ਨੇ, ਹਨਾ। ਉਹ ਜ਼ਰੂਰੀ ਹੁੰਦਾ ਸ਼ਿਪ ਦੇ ਵਿੱਚ ਲੈ ਕੇ ਜਾਣਾ ਘਰ ਦਾ ਐਡਰੈਸ, ਠੀਕ ਹੈ ਜੀ। ਪੁਰਤਗਾਲ ਤੁਹਾਨੂੰ ਪਾਸਪੋਰਟ ਵੀ ਦੇ ਦੂਗਾ, ਤੁਹਾਨੂੰ ਪਹਿਲਾ ਕਾਰਡ ਵੀ ਦੇ ਦੂਗਾ, ਦੂਜਾ ਵੀ ਦੇ ਦੂਗਾ। ਸਿਰਫ ਪਹਿਲੇ ਕਾਰਡ ਤੱਕ ਪ੍ਰੋਬਲਮ ਆਉਣੀ ਹੈ, ਤੁਹਾਨੂੰ ਥੋੜਾ ਔਖਾ ਲੱਗਣਾ ਕਿ ਸਾਨੂੰ ਪਹਿਲਾ ਕਾਰਡ ਕਦੋਂ ਮਿਲੇ, ਪਰ ਉਸ ਤੋਂ ਬਾਅਦ ਤੁਹਾਨੂੰ ਕੋਈ ਚੱਕਰ ਨਹੀਂ, ਸਿੱਧਾ ਸ਼ੇਫ ਦੇ ਵਿੱਚ ਜਾਣ ਦੇ ਫਿੰਗਰ ਕਰਾਉਣੇ ਨੇ, ਤੁਹਾਨੂੰ ਕਾਰਡ ਘਰੇ ਭੇਜ ਦੇਣਗੇ। ਪਿੱਛੇ ਇਹਨਾਂ ਨੇ ਕਾਰਡ ਭੇਜੇ 3-3 ਸਾਲ ਦੇ, ਉਹ ਆਨਲਾਈਨ ਹੀ ਘਰੇ ਭੇਜਦੇ, ਕੁਝ ਕਰਨ ਦੀ ਲੋੜ ਨਹੀਂ ਪਈ। ਕੰਪਿਊਟਰ ਤੇ ਜਾਓ, ਆਪਣਾ ਸਰਚ ਕਰੋ, ਆਪਣੀ ਫੀਸ ਦਿਓ ਕੰਪਿਊਟਰ ਤੇ ਜਾ ਕੇ, ਤੇ ਉਹਨਾਂ ਨੇ ਆਨਲਾਈਨ 3-3 ਸਾਲ ਦੇ ਕਾਰਡ ਆਪਣੇ ਘਰੇ ਪਾ ਦਿੱਤੇ ਨੇ। ਆਲਰੇਡੀ ਘਰੇ ਪਹੁੰਚ ਚੁੱਕੇ ਨੇ ਕਾਰਡ, ਕਿਤੇ ਜਾਣ ਦੀ ਸਾਨੂੰ ਲੋੜ ਨਹੀਂ ਪਈ, ਠੀਕ ਹੈ ਜੀ। ਪੁਰਤਗਾਲ ਵਧੀਆ ਤੇ ਬੈਸਟ ਕੰਟਰੀ ਆ ਪੇਪਰਾਂ ਦੇ ਵਿੱਚ। ਥੋੜੀ ਸੈਲਰੀ ਵੱਲੋਂ ਥੋੜੀ ਵੀਕ ਕੰਟਰੀ ਆ, ਬਟ ਸੈਲਰੀ ਤੋਂ ਆਪਾਂ ਕੀ ਲੈਣਾ, ਆਪਾਂ ਨੂੰ ਪਾਸਪੋਰਟ ਮਿਲ ਰਿਹਾ, ਆਪਾਂ ਨੂੰ ਪੇਪਰ ਮਿਲ ਰਹੇ ਨੇ, ਮਾਂ ਬਾਪ ਨੂੰ ਬੁਲਾਉਣ ਦਾ ਮੌਕਾ ਮਿਲ ਰਿਹਾ, ਘਰ ਵਾਲੀ ਨੂੰ ਬੁਲਾਉਣ ਦਾ ਮੌਕਾ ਮਿਲ ਰਿਹਾ, ਆਪਣੀ ਫੈਮਿਲੀ ਨੂੰ ਇੱਥੇ ਸੱਦਣ ਦਾ ਮੌਕਾ ਮਿਲ ਰਿਹਾ ਫਰੀ ਦੇ ਵਿੱਚ। ਹੋਰ ਦੱਸੋ ਤੁਹਾਨੂੰ ਕੀ ਚਾਹੀਦਾ? ਆਪਣੀ ਸੈਲਰੀ ਤਾਂ 5 ਸਾਲ ਰੋਕ ਵੀ ਲਓਗੇ, ਕੋਈ ਗੱਲ ਨਹੀਂ, ਔਖੇ ਸੌਖੇ ਕੱਢ ਲਓਗੇ, ਐਡਾ ਵੀ ਆਪਾਂ ਭੁੱਖੇ ਨਹੀਂ ਮਰਨ ਲੱਗੇ। ਪਰ ਪੁਰਤਗਾਲ ਪੇਪਰਾਂ ਲਈ ਸਭ ਤੋਂ ਬੈਸਟ ਕੰਟਰੀ ਆ। ਇਟਲੀ ਚੱਲ ਜਾਓ, ਸਪੇਨ ਚੱਲ ਜਾਓ, ਹਾਂ ਪੇਪਰ ਉੱਥੇ ਵੀ ਮਿਲਦੇ ਨੇ, ਪਰ ਟਾਈਮ ਲੱਗਦਾ। ਪੁਰਤਗਾਲ 1.5 ਜਾਂ 1 ਸਾਲ ਦੇ ਵਿੱਚ ਤੁਹਾਡੇ ਪੇਪਰ ਬਣ ਕੇ ਰੈਡੀ ਹੋ ਜਾਣਗੇ। ਥੋੜੀ ਮਿਹਨਤ ਕਰਨੀ ਪੈਣੀ ਹੈ। ਹਾਂਜੀ, ਹੁਣ ਕਰਦੇ ਹਾਂ ਗੱਲ ਕੰਮਕਾਰ ਦੀ। ਕੰਮਕਾਰ ਪੁਰਤਗਾਲ ਦੇ ਵਿੱਚ ਵੀਰ ਜੀ ਹਲੇ ਰੁਕਿਆ ਹੋਇਆ, ਐਵੇਂ ਕਿਉਂ ਝੂਠ ਬੋਲਾਂ। ਕਰੋਨਾ ਕਰਕੇ ਯੂਰਪ ਦੀਆਂ ਕਈ ਕੰਟਰੀਆਂ ਦੇ ਵਿੱਚ ਕੰਮਕਾਰ ਜਮੀ ਠੱਪ ਹੋਏ ਪਏ ਨੇ। ਪੁਰਤਗਾਲ ਦੇ ਵਿੱਚ ਪਹਿਲਾਂ ਖੇਤੀਬਾੜੀ ਦਾ ਕੰਮ ਬਹੁਤ ਚੱਲਦਾ ਸੀ, ਜਿੱਥੇ 1500 ਬੰਦਾ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਪਰ ਹੁਣ ਸਿਆਲ ਆ ਗਿਆ, ਖੇਤੀਬਾੜੀ ਦਾ ਕੰਮ ਬੰਦ ਹੋਇਆ ਪਿਆ, ਤੇ ਪੁਰਤਗਾਲ ਦੇ ਵਿੱਚ ਕੰਮ ਮਿਲਣਾ ਹਜੇ ਮੁਸ਼ਕਿਲ ਹੈ, ਬਹੁਤ ਜ਼ਿਆਦਾ ਕੰਮ ਨਹੀਂ ਮਿਲਦਾ ਵੀਰੇ। ਇਹ ਤੁਹਾਨੂੰ ਸੱਚਾਈ ਦੱਸਦਾ, ਕੰਮ ਬਹੁਤ ਮੁਸ਼ਕਿਲ ਹੀ ਮਿਲਦਾ ਇੱਥੇ। ਜਿਹੜੇ ਬੰਦੇ ਲੱਗੇ ਹੋਏ ਨੇ ਤਾਂ ਲੱਗੇ ਹੋਏ ਨੇ। ਮਾਰਚ ਦੇ ਵਿੱਚ ਖੇਤੀਬਾੜੀ ਦਾ ਕੰਮ ਸ਼ੁਰੂ ਹੋ ਜਾਂਦਾ, ਤੇ ਮਾਰਚ ਦੇ ਵਿੱਚ ਆਇਓ। ਗਰਮੀਆਂ 'ਚ ਖੇਤੀਬਾੜੀ ਦਾ ਕੰਮ ਵਧੀਆ ਚੱਲਦਾ ਇੱਥੇ, ਗਰਮੀ ਦੇ ਵਿੱਚ ਆ ਕੇ ਤੁਸੀਂ ਕੰਟਰੈਕਟ ਲਵਾ ਸਕਦੇ ਹੋ। ਪੁਰਤਗਾਲ ਦੀ ਇਹ ਲਾਈਫ ਹੈ, ਤੇ ਬਾਕੀ ਬਹੁਤ ਵਧੀਆ ਜ਼ਿੰਦਗੀ ਨਿਕਲੀ ਜਾਂਦੀ ਹੈ ਪੁਰਤਗਾਲ ਦੇ ਵਿੱਚ ਵੀ। ਸਭ ਕੰਟਰੀ ਕੋਈ ਵੀ ਮਾੜੀ ਨਹੀਂ, ਪਰ ਆਪਾਂ ਨੂੰ ਉਹ ਕੰਟਰੀ ਸਭ ਤੋਂ ਟੌਪ ਦੇ ਜਿਹੜੇ ਆਪਾਂ ਨੂੰ ਪੇਪਰ ਦੇ ਰਹੀ ਹੈ, ਠੀਕ ਹੈ ਵੀਰੇ। ਆਪਾਂ ਨੂੰ ਪੇਪਰਾਂ ਤੱਕ ਮਤਲਬ ਹੁੰਦਾ, ਆਪਾਂ ਪੇਪਰ ਲੈਣੇ ਨੇ, ਆਪਾਂ ਇੰਡੀਆ ਗੇੜਾ ਮਾਰਨਾ ਸੀ, ਸਾਲ ਬਾਅਦ ਗੇੜਾ ਮਾਰਦੇ ਇੰਡੀਆ, ਹਨਾ। 3 ਮਹੀਨੇ ਮੈਂ ਇੰਡੀਆ ਰਹਿ ਕੇ ਆਉਣਾ, ਸਾਲ ਬਾਅਦ ਮੈਂ 2 ਵਾਰ ਚੱਲ ਗਿਆ, ਤੇ ਮੈਨੂੰ ਵੀ 6 ਸਾਲ ਹੋ ਗਏ ਇੱਥੇ। ਪਰ ਮੇਰਾ ਪਾਸਪੋਰਟ ਕਿਉਂ ਨਹੀਂ ਅਪਲਾਈ ਹੋਇਆ? ਕਈ ਵੀਰ ਪੁੱਛਦੇ ਨੇ ਵੀ ਤੂੰ ਪਾਸਪੋਰਟ ਕਿਉਂ ਨਹੀਂ ਲਿਆ। ਵੀਰ ਜੀ ਜਦੋਂ ਅਸੀਂ ਆਏ ਸੀ ਨਾ, ਤੁਹਾਨੂੰ ਮੈਂ ਪਹਿਲੀ ਗੱਲ ਦੱਸ ਦਿੱਤੀ ਹੈ ਕਿ 2014, 15 ਤੇ 16 ਦੇ ਵਿੱਚ ਪੇਪਰ ਬੰਦ ਕੀਤੇ ਹੋਏ ਸੀ। ਜਦੋਂ ਅਸੀਂ 2014 ਜਾਂ 15 ਦੇ ਵਿੱਚ ਆਏ ਸੀ, ਹਨਾ, ਉਸ ਟਾਈਮ ਪੇਪਰ ਬਿਲਕੁਲ ਬੰਦ ਸੀ। ਸਾਡੇ ਜਿਹੜੇ ਕਾਰਡ ਸੀ ਪਹਿਲੇ 2-2 ਸਾਲ ਬਾਅਦ ਆਏ ਸੀ ਵੀਰੇ। ਅੱਜ ਦੇ ਟਾਈਮ ਉਦੋਂ ਆਨਲਾਈਨ ਸਿਸਟਮ ਨਹੀਂ ਸੀ, ਹੁਣ ਦੇ ਟਾਈਮ ਆਨਲਾਈਨ ਸਿਸਟਮ ਕਰ ਦਿੱਤਾ ਪੁਰਤਗਾਲ ਨੇ, ਬਹੁਤ ਵਧੀਆ ਸਿਸਟਮ ਕਰ ਦਿੱਤਾ ਇਹਨਾਂ ਨੇ ਆਨਲਾਈਨ। ਪਰ ਠੱਗੇ ਨਾ ਜਾਇਓ, ਹਨਾ। ਕੋਈ 500 ਯੂਰੋ ਲੈਂਦਾ, ਕੋਈ 1000 ਯੂਰੋ ਲੈਂਦਾ, ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਪੁਰਤਗਾਲ ਦੇ ਵਿੱਚ ਆਹ ਦਿਲ ਤੇ ਹੱਥ ਰੱਖ ਕੇ ਬਸ ਬਹਿ ਜਾਓ, ਪੇਪਰ ਜ਼ਰੂਰ ਮਿਲਣਗੇ। ਜਿਹਦੇ ਪਾਸਪੋਰਟ ਖਾਲੀ ਵੀ ਉਹਨੂੰ ਵੀ ਪੇਪਰ ਮਿਲ ਜਾਣਗੇ, ਵੀਜ਼ਾ ਵੀ ਨਹੀਂ ਲੱਗਿਆ ਹੋਇਆ ਉਹਨੂੰ ਵੀ ਪੁਰਤਗਾਲ ਪੇਪਰ ਦਊਗਾ, ਪਰ ਉਹਦੇ ਲਈ 3-4 ਸਾਲ ਲੱਗ ਜਾਣਗੇ। ਹਾਂ, ਜਿਹਦਾ ਪਾਸਪੋਰਟ ਤੇ ਵੀਜ਼ਾ ਸ਼ਾਈਨਿੰਗ ਲੱਗਾ ਉਹਦੇ ਤਾਂ 1 ਸਾਲ ਦੇ ਵਿੱਚ ਪੇਪਰ ਬਣ ਜਾਂਦੇ ਨੇ। ਬਸ ਇੱਥੇ ਬਹਿ ਜਾਓ, ਹਿੰਮਤ ਨਾ ਹਾਰੋ, ਪੇਪਰ ਮਿਲਣਗੇ ਪੱਕਾ। ਹਿੰਮਤ ਨਾ ਹਾਰੋ, ਕਿਸੇ ਦੇ ਗੱਲਾਂ 'ਚ ਨਾ ਆਓ ਕਿ ਕਿਸੇ ਨੇ 5000 ਯੂਰੋ ਲੈ ਕੇ ਪੇਪਰ ਬਣਾ ਦੂਗਾ, ਨਾ ਜੀ। ਛੇਤੀ ਪੇਪਰ ਨਹੀਂ ਬਣਦੇ,
ਇਹਨਾਂ ਨੇ ਜਦੋਂ ਤਰੀਕ ਦੇਣੀ ਉਹਦੀ ਪੇਪਰ ਬਣਦੇ ਨੇ, ਕਿਸੇ ਦੇ ਗੱਲਾਂ 'ਚ ਆ ਕੇ ਪੈਸੇ ਨਾ ਦਿਓ, ਐਵੇਂ ਠੱਗੇ ਜਾਓਗੇ। ਇਹ ਤੁਹਾਨੂੰ ਮੈਂ ਪਹਿਲਾਂ ਸਾਰੀਆਂ ਗੱਲਾਂ ਦੱਸਦੀਆਂ, ਕਿਉਂਕਿ ਧਾਲੀਵਾਲ ਇਦਾਂ ਦਾ ਨਹੀਂ ਹੈਗਾ ਕਿ ਤੁਹਾਨੂੰ ਐਂ ਕਹੂਗਾ ਵੀ ਇੰਨੇ ਪੈਸੇ ਮੈਨੂੰ ਦੇ ਦਿਓ ਜਾਓ। ਮੈਂ ਕਿਸੇ ਦਾ ਪੈਸਾ ਨਹੀਂ ਖਾਦਾ ਅੱਜ ਤੱਕ, ਨਾ 1 ਰੁਪਇਆ ਲਿਆ ਕਿਸੇ ਤੋਂ, ਠੀਕ ਆ ਨਾ। ਆਪਾਂ ਇਦਾਂ ਦਾ ਕੰਮ ਨਹੀਂ ਕਰਾਂਗੇ। ਪਰ ਪੁਰਤਗਾਲ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਪੁਰਤਗਾਲ 'ਚ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਆ, ਪਰ ਪੇਪਰਾਂ ਵੱਲੋਂ ਬਹੁਤ ਟੌਪ ਦੀ ਕੰਟਰੀ ਹੈ। ਹੋਰ ਕਿਸੇ ਕੰਟਰੀ ਤੁਸੀਂ ਜਾਂਦੇ ਹੋ ਬਈ ਪੈਸਾ ਕਮਾ ਲੈਣੇ ਹੋ, ਪਰ ਪੇਪਰ ਨਹੀਂ ਬਣਦੇ, ਹੈ ਨਾ। ਪੁਰਤਗਾਲ ਬਾਰੇ ਹੋਰ ਵੀ ਤੁਹਾਨੂੰ ਮੈਂ ਦੁਬਾਰਾ ਵੀਡੀਓ ਲੈ ਕੇ ਆਊਂਗਾ, ਜਿਹੜੀਆਂ ਗੱਲਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟਾਂ ਦੇ ਵਿੱਚ। ਜਿਹੜੀਆਂ ਗੱਲਾਂ ਰਹਿ ਗਈਆਂ ਤੁਹਾਨੂੰ ਕੱਲੀ ਗੱਲ ਦੱਸੂੰਗਾ ਸੱਚਾਈ ਦੇ ਤੌਰ ਤੇ। ਕੋਈ ਫੁੱਦੂ ਨਹੀਂ ਰੋੜਦਾ ਕਿਸੇ ਦਾ। ਕਈ ਬੰਦੇ ਐਵੇਂ ਫੁੱਦੂ ਰੋੜੀ ਜਾਂਦੇ ਨੇ ਐਵੇਂ। ਮੈਂ ਗਾਲਾਂ ਗੂਲਾਂ ਬਥੇਰੀਆਂ ਕੱਢਦਾ ਟਿਕਟੌਕ ਤੇ, ਮੈਨੂੰ ਪਤਾ ਖੁਦ। ਅਸੀਂ ਇਹੋ ਜਿਹਾ ਕੰਮ ਬਹੁਤ ਕੀਤਾ, ਹੁਣ ਵੀ ਕਰਦੇ ਹਾਂ। ਮੇਰੀ ਟਿਕਟੌਕ ਚੱਲ ਪਈ ਹੈ ਗੈਵੀ ਧਾਲੀਵਾਲ 09, ਗੈਵੀ ਧਾਲੀਵਾਲ 09 ਪਾਉਣਾ ਬਸ। ਮੇਰੀ ਟਿਕਟੌਕ ਚੱਲ ਪਈ ਹੈ। ਉਹ ਸਿਰਫ ਲੁੱਚੀਆਂ ਗੱਲਾਂ ਵਾਸਤੇ ਬਣਾਈ ਹੈ, ਤੇ ਕਿਉਂਕਿ ਮੈਂ ਪਹਿਲਾਂ ਇਨਫੋਰਮੇਸ਼ਨ ਦਿੰਦਾ ਸੀ, ਲੋਕਾਂ ਦੀ ਰਿਪੋਰਟਾਂ ਕਰ ਮੇਰੀ ਆਈਡੀ ਬੰਦ ਕਰਾਤੀ। ਹੁਣ ਕਰ ਲੈਣ ਜਿਹੜਾ ਕੁਝ ਕਰਦੇ ਨੇ ਲੋਕ, ਠੀਕ ਹੈ ਜੀ। ਮੇਰੀ ਟਿਕਟੌਕ ਹੁਣ ਚੱਲ ਪਈ ਹੈ। ਬਾਕੀ ਮੇਰਾ ਇਮੀਗ੍ਰੇਸ਼ਨ ਪੁਰਤਗਾਲ ਪੇਜ ਬਣਿਆ ਹੋਇਆ ਬਾਈ, ਇਮੀਗ੍ਰੇਸ਼ਨ ਪੁਰਤਗਾਲ ਪੇਜ ਬਣਿਆ ਹੋਇਆ ਆਪਣਾ, ਉਹ 'ਤੇ ਆ ਜਾਓ। ਆਪਾਂ ਉਹ 'ਤੇ ਸਾਰੀ ਇਨਫੋਰਮੇਸ਼ਨ ਦਿਆ ਕਰਾਂਗੇ, ਸਿਰਫ ਟੌਪ ਦੀਆਂ ਵੀਡੀਓ ਇਨਫੋਰਮੇਸ਼ਨ ਵਾਲੀਆਂ। ਇਮੀਗ੍ਰੇਸ਼ਨ ਪੁਰਤਗਾਲ, ਠੀਕ ਹੈ ਬਾਈ ਜੀ। ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵੀਡੀਓ ਦੇ ਵਿੱਚ ਕੋਈ ਭੁੱਲ ਚੁੱਕ ਹੋਵੇ ਮਾਫ ਕਰ ਦਿਓ, ਤੇ ਬਾਕੀ ਲਵ ਯੂ ਆ ਸਾਰਿਆਂ ਨੂੰ। ਕੋਈ ਸਵਾਲ ਜਵਾਬ ਹੈ ਕਮੈਂਟਾਂ ਦੇ ਵਿੱਚ ਦੱਸ ਦਿਓ। ਦੁਬਾਰਾ ਵੀਡੀਓ ਤੁਹਾਡੇ ਕਰਕੇ ਫਿਰ ਬਣਾ ਦਾਂਗੇ ਪੁਰਤਗਾਲ ਤੇ, ਕੱਲੀ ਚੀਜ਼ ਦੱਸ ਦਾਂਗੇ। ਸੈਲਰੀ ਤੋਂ ਲੈ ਕੇ, ਕੰਮਕਾਰ ਤੋਂ ਲੈ ਕੇ, ਹਨਾ, ਪੇਪਰਾਂ ਤੋਂ ਲੈ ਕੇ, ਕਿੱਦਾਂ ਬਣਦੇ ਨੇ, ਕਿਵੇਂ ਬਣਾਉਣੇ ਨੇ, ਕਿਹੜੇ ਆਫਿਸ ਦੇ ਵਿੱਚ ਜਾਣਾ, ਕਿੱਥੇ ਜਾਣਾ। ਹੁਣ ਤਾਂ ਮੇਰੀ ਜਵਾਨ ਵਹਿ ਗਈ ਬੋਲਦੇ ਦੀ। ਕੱਲੀ ਚੀਜ਼ ਦੱਸੂਗਾ। ਧਾਲੀਵਾਲ ਪਿੱਛੇ ਨਹੀਂ ਹਟਦਾ, ਸਾਰਾ ਕੁਝ ਸੱਚਾਈ ਤੇ ਦੱਸਾਂਗੇ। ਕੋਈ ਐਵੇਂ ਫੁੱਦੂ ਪੜਾਕ ਨਹੀਂ ਰੋਡ ਦੇ ਲੋਕਾਂ ਵਾਂਗੂ। ਕਈ ਬੰਦੇ ਨੇ ਆਪਦੇ ਬੋਲੀ ਪਾ ਕੇ ਇਨਫੋਰਮੇਸ਼ਨਾਂ ਜੀਆਂ ਕਹਿ ਦਿੰਦੇ ਨੇ ਮੈਨੂੰ ਪੈਸੇ ਪਾ ਦੇ, 100 ਯੂਰੋ 50 ਯੂਰੋ ਪਾ ਦੇ, ਮੈਂ ਤੇਰਾ ਆਹ ਕਰਾ ਦੂੰਗਾ, ਮੈਂ ਕਰਾ ਦੂੰਗਾ। ਨਹੀਂ ਜੀ, ਐਦਾਂ ਦਾ ਕੰਮ ਆਪਾਂ ਕੋਈ ਨਹੀਂ ਕਰਦੇ। ਕੰਟਰੈਕਟ ਬਾਹਰਲੇ ਬੰਦੇ ਵੀ ਬੈਠੇ ਲਵਾਉਂਦੇ ਨੇ ਉਰੇ। ਹਾਂ, ਗਰੀਸ ਵਾਲਿਆਂ ਵਾਸਤੇ, ਜਰਮਨ ਵਾਲਿਆਂ ਵਾਸਤੇ, ਫਰਾਂਸ ਵਾਲਿਆਂ ਵਾਸਤੇ ਵੀ ਮੌਕਾ ਪੁਰਤਗਾਲ ਆ ਕੇ ਪੇਪਰ ਬਣਾ ਸਕਦੇ, ਜਿਹੜੇ ਵੀਰ 5 ਸਾਲ ਤੋਂ ਇੰਡੀਆ ਨਹੀਂ ਗਏ। ਕੋਈ ਚੱਕਰ ਨਹੀਂ ਹੈ, ਤੁਸੀਂ ਪੇਪਰ ਆ ਕੇ ਉਰੇ ਬਣਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਕਿਸਾਨ ਏਕਤਾ ਜਿੰਦਾਬਾਦ।